सतनाम वाहेगुरु साहिब जी। सूही महला पहला। भांडा हच्छा सोए जो तिस भावसी। भांडा अत मलीन धोता हच्छा न होए सी। भांडा हच्छा सोए जो तिस भावसी। भांडा अत मलीन धोता हच्छा न होए सी। गुरु द्वारै होए सोझी पाए सी। एत द्वारै तोए हच्छा होए सी। मैले हच्छे का विचार आप बरताए सी। मत को जाना जाए अग्गै पाए सी। जेहे कर्म कमाए तेहा होए सी। अमृत हर का नाम आप बरताए सी। चलिया पत स्यों जन्म सवार बाजा बाए सी। मानस क्या विचारा तह लोक सुनाए सी। नानक आप निहाल सब कुल तारसी। नानक आप निहाल सब कुल तारसी। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं करिए कागर। करिए रसना पवित्र ते बोलीए सारे वाहिगुरु जी का खालसा वाहिगुरु जी की फतेह। गुरमुख प्यारिओ, जो आपां शब्द सरवण कीता, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 730 ਅੰਗ ਉੱਪਰ ਸੁਸ਼ੋਭਿਤ ਹੈ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਮਨ ਰੂਪੀ ਭਾਂਡਾ, ਸਰੀਰ ਰੂਪੀ ਭਾਂਡਾ, ਇਹ ਹੱਛਾ ਸੋਏ ਉਹੀ ਅੱਛਾ ਜੋ ਪਰਮਾਤਮਾ ਨੂੰ ਭਾ ਜਾਂਦਾ ਹੈ। ਭਾਵ ਸੀ, ਭਾਵੇਗਾ, ਭਾ ਜਾਂਦਾ ਹੈ, ਉਹ ਅੱਛਾ। ਹੁਣ ਗੱਲ ਬਣ ਗਈ ਕਿ ਅਸੀਂ ਪਰਮਾਤਮਾ ਵਾਹਿਗੁਰੂ ਨੂੰ ਭਾ ਜਾਈਏ। ਭਾਵਾਂਗੇ ਕਿਵੇਂ? ਪਰਮਾਤਮਾ ਸੱਚ ਦੀ ਮੂਰਤ ਆ ਤੇ ਅਸੀਂ ਆ ਝੂਠ ਦੇ ਨਾਲ ਲਿਪਟੇ ਹੋਏ। ਸਾਡੇ ਵਿਚਾਰ ਆ ਮਾਇਆਵਾਦੀ। ਪਰਮਾਤਮਾ ਦਾ ਨਾਮ ਹੈ ਸੱਚ। ਨਾਮ ਪ੍ਰਾਪਤ ਕਰਨਾ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਆ। ਇਹ ਨਾਮ ਕਿੱਥੋਂ ਮਿਲਦਾ? ਆਪਣੇ ਆਪਣੇ ਗੁਰੂ ਤੋਂ ਮਿਲਦਾ ਨਾਮ। ਗੁਰੂ ਦਾ ਅਰਥ ਕੀ ਹੁੰਦਾ? ਗੂ ਦਾ ਅਰਥ ਹੁੰਦਾ ਹਨੇਰਾ ਤੇ ਰੂ ਦਾ ਅਰਥ ਹੁੰਦਾ ਚਾਨਣ। ਜਿਹੜਾ ਗੁਰੂ ਤੁਹਾਨੂੰ ਹਨੇਰੇ ਤੋਂ ਚਾਨਣ ਵੱਲ ਨੂੰ ਲੈ ਜਾਵੇ ਉਹਨੂੰ ਗੁਰੂ ਕਿਹਾ ਜਾਂਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਲੜ ਜੇ ਕੋਈ ਲੱਗ ਜਾਂਦਾ ਹੈ
ਉਹ ਹਨੇਰੇ ਤੋਂ ਚਾਨਣ ਵੱਲ ਨੂੰ ਚੱਲ ਪੈਂਦਾ ਹੈ। ਕਿਉਂਕਿ ਗਿਆਨ ਤੋਂ ਬਿਨਾ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਗਿਆਨ ਤੋਂ ਬਿਨਾ ਸਾਨੂੰ ਧਰਮ ਦਾ ਨਹੀਂ ਪਤਾ ਲੱਗਣਾ। ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ। ਮੈਲਾ ਸਾਡਾ ਮਨ ਆ, ਗੱਲ ਮਨ ਦੀ ਚੱਲ ਰਹੀ ਹੈ। ਮਨ ਨੂੰ ਕਿਵੇਂ ਸਵਾਰਿਆ ਜਾ ਸਕਦਾ, ਇਹ ਗੁਰੂ ਬਾਬਾ ਜੀ ਆਪਾਂ ਨੂੰ ਸਮਝਾ ਰਹੇ ਹਨ। ਤਨਾਂ ਤੋਂ ਅੱਗੇ ਦੀ ਵਿਚਾਰ ਸਮਝਾ ਰਹੇ ਹਨ। ਬਈ ਗੱਲ ਆ ਮਨ ਦੀ। ਮਨ ਸਹੀ ਹੋ ਜਾਵੇ, ਮਨ ਸੱਚਾ ਹੋ ਜਾਵੇ, ਮਨ ਸੁੱਚਾ ਹੋ ਜਾਵੇ ਤਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਸਕਦਾ। ਸੁੱਚਾ ਕਿਵੇਂ ਹੋਵੇਗਾ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਾਏ ਕਰੀ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਜਾਂ ਸਾਨੂੰ ਮਨ ਧੋਣ ਵਾਸਤੇ ਇਹ ਸਮਝਾਇਆ ਕਿ ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਚੜ੍ਹਨਾ ਚਾਹੀਦਾ। ਜਾ ਕਹੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਮਨ ਨੂੰ ਜਿਹਨੇ ਸਮਝ ਲਿਆ, ਮਨ ਜੀਤੇ ਜਗ ਜੀਤ ਵਾਲੀ ਅਵਸਥਾ ਬਣ ਗਈ। ਉਹ ਸਮਝ ਲਓ ਖੱਟ ਗਿਆ। ਉਹ ਇਹ ਜੀਵਨ ਤੋਂ ਖੱਟ ਕੇ ਗਿਆ। ਸੋ ਗੁਰੂ ਬਾਬਾ ਜੀ ਸਮਝਾ ਰਹੇ ਹਨ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਈ ਉਹ ਮਨ ਰੂਪੀ ਭਾਂਡਾ ਅੱਛਾ ਹੁੰਦਾ, ਚੰਗਾ ਹੁੰਦਾ, ਜੋ ਪ੍ਰਮਾਤਮਾ ਨੂੰ ਭਾ ਜਾਵੇ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਪਰ ਭਾਈ ਗੁਰਮੁਖ ਪਿਆਰਿਆ, ਭਾਂਡਾ ਜੇ ਆਤਮਲੀਨ ਹੋ ਜਾਵੇ ਨਾ ਕਿਤੇ, ਭਾਵ ਜਿਹਨੂੰ ਕਹਿ ਲਈਏ ਵੀ ਤੁੰਦ ਮੈਲ ਵੜ ਜਾਵੇ ਅੰਦਰ, ਤਾਂ ਇਕੱਲੇ ਪਾਣੀ ਨਾਲ ਨਹੀਂ ਧੋਤਾ ਜਾਂਦਾ। ਫਿਰ ਨਾਲ ਡਿਟਰਜੈਂਟ ਪਾਊਡਰ ਚਾਹੀਦਾ, ਕੋਈ ਹੋਰ ਜੋ ਕੋਈ ਮੈਲਾ ਕੱਪੜਾ ਧੋਣਾ। ਤਾਂ ਭਾਵ ਹੁਣ ਬਾਹਰਲੇ ਕਰਮ ਕਾਂਡਾਂ ਦੇ ਨਾਲ ਨਹੀਂ ਧੋਤਾ ਜਾਣਾ। ਅੰਦਰੋਂ ਮਨ ਮੈਲਾ, ਜ਼ਿਆਦਾ ਮੈਲਾ ਹੋ ਚੁੱਕਿਆ। ਇਹਨੂੰ ਨਾਮ ਦੀ ਜ਼ਰੂਰਤ ਆ, ਆਤਮਿਕ ਗਿਆਨ ਦੀ ਜ਼ਰੂਰਤ ਆ। ਭਾਂਡਾ ਆਤਮਲੀਨ, ਅੱਤ ਦਾ ਮਲੀਨ ਹੋਇਆ ਪਿਆ, ਧੋਤਾ ਹੱਛਾ ਨਾ ਹੋਏ ਸੀ। ਹੁਣ ਜਿੰਨਾ ਚਿਰ ਅੰਦਰ ਨੂੰ ਸਮਝਦਾ ਨਹੀਂ, ਅੰਦਰ ਨੂੰ ਜਾਂਦਾ ਨਹੀਂ ਵੀ ਭਾਂਡਾ ਕੀ ਆ, ਮੈਲਾ ਕਿਵੇਂ ਹੁੰਦਾ, ਇਹ ਸਾਰਾ ਕੁਝ ਪਤਾ ਨਹੀਂ ਲੱਗਦਾ, ਉਹਨਾਂ ਚਿਰ ਧੋਣ ਵੱਲ ਨਹੀਂ ਚੱਲਦਾ। ਬਾਹਰੋਂ ਕਰਮ ਕਾਂਡਾਂ ਦੇ ਨਾਲ ਭਾਵ ਤੇਰਾ ਮਨ ਅੱਛਾ ਨਹੀਂ ਹੋ ਸਕਦਾ, ਚੰਗਾ ਨਹੀਂ ਹੋ ਸਕਦਾ। ਇਹਨੂੰ ਗਿਆਨ ਦੀ ਜ਼ਰੂਰਤ ਆ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਆਹ ਕੰਮ ਕਰਨਾ ਸਿੱਖੋ ਤੁਸੀਂ। ਸੋਝੀ ਕਿੱਥੋਂ ਮਿਲਣੀ ਹੈ? ਅਕਲ ਕਿੱਥੋਂ? ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ ਤੇ ਅਕਲੀ ਕੀਚੈ ਦਾਨ। ਅਕਲ ਤੋਂ ਬਿਨਾ, ਗਿਆਨ ਤੋਂ ਬਿਨਾ ਤਾਂ ਅਸੀਂ ਇੱਕ ਕਦਮ ਵੀ ਨਹੀਂ ਚੱਲ ਸਕਦੇ। ਤੇ ਗਿਆਨ ਕਿੱਥੋਂ ਮਿਲਣਾ? ਗੁਰੂ ਤੋਂ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੋਂ ਗੁਰਬਾਣੀ ਦਾ ਗਿਆਨ ਗੁਰੂ ਦੇ ਦੁਆਰਾ, ਗੁਰਦੁਆਰਾ ਦਾ ਅਰਥ ਕੀ ਹੈ, ਮਤਲਬ ਕੀ ਹੈ? ਇਹ ਗਿਆਨ ਦੇ ਕੇਂਦਰ ਆ। ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ, ਸਾਨੂੰ ਆਪਣੇ ਆਪ ਦਾ ਪਤਾ ਲੱਗਦਾ, ਸਾਨੂੰ ਆਪਣੇ ਅੰਦਰ ਦਾ ਪਤਾ ਲੱਗਦਾ ਕਿੰਨੀ ਮੈਲ ਲੱਗੀ ਹੈ ਕਿ ਧੋਤਾ ਗਿਆ ਜਾਂ ਕਿਵੇਂ ਹੈ। ਇਹ ਸਭ ਤੋਂ ਜ਼ਰੂਰੀ ਹੈ ਕੰਮ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦੁਆਰੇ ਤੇ ਬੈਠ ਕੇ ਇਸ ਤਰ੍ਹਾਂ ਗੁਰੂ ਦੀ ਗੋਦ ਵਿੱਚ ਗੁਰੂ ਦੇ ਬਚਨ ਸੁਣਨ ਨਾਲ, ਸ਼ਬਦ ਦੀ ਵਿਚਾਰ ਕਰਨ ਦੇ ਨਾਲ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਆਹ ਤਰੀਕਾ ਭਾਈ, ਮੈਲਾ ਮਨ ਰੂਪੀ ਭਾਂਡਾ ਧੋਣ ਦਾ ਤਰੀਕਾ ਇਹ ਹੈ ਬਈ ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕਰਾਇਆ ਜਾਵੇ ਮਨ ਦਾ। ਏਤ ਦੁਆਰੇ ਹੋਏ ਧੋਏ ਹੱਛਾ ਹੋਏ ਸੀ। ਜੇ ਕੋਈ ਭਾਈ ਇਸ ਤਰ੍ਹਾਂ ਆਪਣੇ ਮਨ ਰੂਪੀ ਭਾਂਡੇ ਨੂੰ ਧੋ ਲਵੇ
ਗੁਰੂ ਦੇ ਦੁਆਰੇ ਤੇ ਆ ਕੇ ਗੁਰੂ ਦੀ ਗੁਰਬਾਣੀ ਦੇ ਰਾਹੀਂ ਆਤਮਿਕ ਗਿਆਨ ਦੇ ਰਾਹੀਂ ਤਾਂ ਹੱਛਾ ਹੋਏ ਸੀ, ਹੱਛਾ ਹੋ ਸਕਦਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਪਰ ਇੱਥੇ ਇੱਕ ਸਵਾਲ ਬਣ ਗਿਆ, ਹੁਣ ਮਨ ਵੀ ਗੁਪਤਾ, ਮਨ ਦੇ ਵਿੱਚ ਆ ਵਿਚਾਰ, ਵਿਚਾਰ ਮੈਲੇ ਆ ਤਾਂ ਭਾਂਡਾ ਮੈਲਾ, ਵਿਚਾਰ ਚੰਗੇ ਆ ਤਾਂ ਭਾਂਡਾ ਸਾਫ਼ ਆ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਗੁਪਤ ਆ, ਇਹ ਗਿਆਨ ਦੀ ਅੱਖ ਨਾਲ ਪਤਾ ਲੱਗਣਾ, ਗਿਆਨ ਤੋਂ ਬਿਨਾਂ ਨਹੀਂ ਪਤਾ ਲੱਗਣਾ, ਤੇ ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਤੇ ਇਹ ਜਿਹੜਾ ਮੈਲੇ ਹੱਛੇ ਕਾ ਵਿਚਾਰ, ਪਹਿਲੀ ਗੱਲ ਤਾਂ ਜਿੰਨਾ ਚਿਰ ਗੁਰੂ ਦੇ ਕੋਲ ਆ ਕੇ ਕੋਈ ਬੈਠਦਾ ਨਹੀਂ, ਗਿਆਨ ਲੈਂਦਾ ਨਹੀਂ, ਉਨਾ ਚਿਰ ਬੰਦੇ ਨੂੰ ਇਹ ਨਹੀਂ ਪਤਾ ਲੱਗਣਾ ਕਿ ਮੇਰਾ ਮਨ ਰੂਪੀ ਭਾਂਡਾ ਮੈਲਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਪਹਿਲਾ ਸਬਰਨ ਦਾ ਤਰੀਕਾ ਆਹਾ ਕਿ ਗੁਰੂ ਦੇ ਕੋਲ ਬੈਠਣਾ, ਗੁਰੂ ਦੀ ਬਾਣੀ ਨੂੰ ਸੁਣਨਾ, ਸਮਝਣਾ, ਵਿਚਾਰਨਾ ਤੇ ਆਪਣੇ ਆਪ ਤੇ ਟਿਕਾਉਣਾ, ਫਿਰ ਪਤਾ ਲੱਗਣਾ ਇਹ ਜਿਹੜਾ ਗਿਆਨ ਆ ਆਪ ਵਰਤਾਏ ਸੀ। ਬਈ ਮੈਲਾ ਭਾਂਡਾ ਕਿ ਅੱਛਾ, ਦੋਨੋਂ ਪੱਖ ਹੀ ਗੁਰਬਾਣੀ ਨੇ ਸਮਝਾ ਦੇਣੇ ਆ ਭਾਈ। ਜੇ ਤਾਂ ਗੁਰੂ ਦੇ ਮੁਤਾਬਕ ਚੱਲ ਪਏਗਾ ਤਾਂ ਸਹੀ ਆ, ਜੇ ਗੁਰੂ ਤੋਂ ਉਲਟ ਚੱਲੇਗਾ ਫਿਰ ਗਲਤ ਆ। ਪਰ ਇਹ ਪਤਾ ਵੀ ਤਾਂ ਗੁਰਬਾਣੀ ਤੋਂ ਹੀ ਲੱਗਣਾ ਨਾ, ਗੁਰੂ ਦੇ ਲੜ ਲੱਗ ਕੇ ਹੀ ਲੱਗਣਾ ਨਾ, ਗੁਰੂ ਦੇ ਕੋਲ ਬੈਠ ਕੇ ਹੀ ਲੱਗਣਾ ਨਾ, ਗੁਰੂ ਦੀ ਵਿਚਾਰ ਸਰਵਣ ਕਰਕੇ ਹੀ ਲੱਗਣਾ ਨਾ, ਕਿ ਮੇਰਾ ਮਨ ਹੱਛਾ। ਗੁਰਬਾਣੀ ਕਸਵੱਟੀ ਤੇ ਆਪਣੇ ਆਪ ਨੂੰ ਹਰ ਸਿੱਖ ਨੇ ਜੇ ਸਬਰਨਾ ਚਾਹੁੰਦਾ ਤਾਂ ਗੁਰਬਾਣੀ ਦੀ ਕਸਵੱਟੀ ਤੇ ਆਪਣੇ ਆਪ ਨੂੰ ਲਾ ਲਓ, ਸਾਰਾ ਕੁਝ ਪਤਾ ਲੱਗ ਜਾਣਾ। ਇੱਕ ਸ਼ੀਸ਼ਾ ਐਨ ਦਿਖਾ ਦਿੰਦੀ ਹੈ ਗੁਰਬਾਣੀ ਵੀ ਅੰਦਰ ਕੀ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਜਿਹੜੇ ਬਹਿੰਦੇ ਆ, ਗਿਆਨ ਲੈ ਲੈਂਦੇ ਆ, ਪਹਿਲਾਂ ਮਨ ਨੂੰ ਸਮਝਦੇ ਆ, ਫੇਰ ਹੀ ਗਾਂਹ ਪਤਾ ਲੱਗਦਾ ਵੀ ਮੈਲਾ ਕਿ ਚੰਗਾ। ਇਹ ਵੀ ਸਾਰਾ ਕੁਝ ਆਪ ਹੀ ਵਰਤਾਉਂਦਾ ਪਰਮਾਤਮਾ ਗੁਰੂ ਦੇ ਰਾਹੀਂ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਜੇ ਅਸੀਂ ਗੁਰੂ ਕੋਲ ਬੈਠਾਂਗੇ ਤਾਂ ਬਹੁਤ ਮਸਲੇ ਹੱਲ ਹੋ ਜਾਣਗੇ। ਗੁਰੂ ਮਹਾਰਾਜ ਸਮਝਾ ਰਹੇ ਆ, ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਪਹਿਲਾਂ ਜਿਹੜਾ ਹੈ ਬਾਹਲਾ ਜ਼ਿਆਦਾ ਆਪਾਂ ਨੂੰ ਇਹੀ ਕਿਹਾ ਜਾਂਦਾ ਵੀ ਤੁਸੀਂ ਇੱਥੇ ਕੰਮ ਕਰੋ, ਆਹ ਕੰਮ ਕਰੋ ਤੇ ਇਹਦਾ ਫਲ ਅਗਲੇ ਜਨਮ ਦੇ ਵਿੱਚ ਮਿਲੇਗਾ। ਪਰ ਗੁਰਬਾਣੀ ਕੀ ਸਮਝਾਉਂਦੀ ਹੈ? ਗੁਰਬਾਣੀ ਤਾਂ ਕਹਿੰਦੀ ਜੇ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇ ਲਾ। ਮਰਿਆ ਹੋਇਆਂ ਤੋਂ ਬਾਅਦ ਜੇ ਮੁਕਤੀ ਦਿਓਗੇ, ਨਾ ਸਾਨੂੰ ਸਵਾਦ ਆਉਣਾ ਨਾ ਕਿਸੇ ਨੇ ਜਾਣਨਾ। ਗੁਰਬਾਣੀ ਤਾਂ ਨਗਦ ਸੌਦਾ, ਪਰ ਇਹ ਕਰ ਕਰ ਸੋ ਇਹ ਕਰ ਪਾਏ। ਜੇ ਹੁਣ ਤੂੰ ਸਮਾਂ ਲਾ ਲੇਗਾ, ਮੰਨ ਲਓ ਆਪਣੇ ਆਪ ਨੂੰ ਬੰਨ੍ਹ ਕੇ, ਇਹ ਮੈਂ ਗੁਰੂ ਤੋਂ ਡਰ ਕੇ ਕਹਿਣਾ, ਪਰ ਮੈਂ ਇਹ ਦਾਅਵਾ ਕਰਦਾ ਜੇ ਆਪਣੇ ਆਪ ਨੂੰ ਐਨ ਬੰਨ੍ਹ ਕੇ 1 ਮਹੀਨਾ ਵੀ ਲਾ ਲਈਏ ਨਾ ਗੁਰਬਾਣੀ ਨੂੰ ਸਮਝਣ ਦੇ ਵਾਸਤੇ, ਤੇ ਗੁਰੂ ਦੀ ਕਿਰਪਾ ਦੇਖਿਓ ਫਿਰ ਹੁੰਦੀ ਕੀ ਮਿਲੇਗਾ। ਅੱਗੇ ਨੂੰ ਸੁਰਤ ਵੱਧਦੀ, ਆਪਣੇ ਆਪ ਤੇ ਕੰਮ ਕਰਨਾ। ਕਿਹਨੇ ਆਪਣੇ ਆਪ ਨੂੰ ਸਵਾਰਨਾ? ਅਸੀਂ ਇਹ ਅੱਗੇ ਪਾਏ ਸੀ ਕਿ ਅੱਗੇ ਵਾਲਾ ਕੰਮ ਆ ਜਿਹੜਾ ਇਹ ਗੁਰਬਾਣੀ ਦੇ ਮੁਤਾਬਕ ਨਹੀਂ ਹੈ। ਗੁਰਬਾਣੀ ਹੁਣੇ ਹੀ ਸਵਾਰਦੀ ਹੈ ਵੀ ਜੇ ਤੇਰਾ ਪ੍ਰੈਜੈਂਟ ਸਵਰ ਗਿਆ, ਭਵਿੱਖ ਤਾਂ ਆਪੇ ਹੀ ਸਵਰ ਜਾਣਾ। ਗੁਰਬਾਣੀ ਤਾਂ ਗਿਆਨ, ਜਿਵੇਂ ਬੱਚੇ ਆ, ਮੰਨ ਲਓ ਜੇ ਬੱਚਿਆਂ ਦਾ ਅੱਜ ਸਵਰ ਗਿਆ, ਅੱਜ ਪੜ੍ਹ ਗਏ, ਅੱਜ ਪੜ੍ਹੀ ਜਾਂਦੇ ਆ ਬੱਚੇ, ਕੱਲ੍ਹ ਨੂੰ ਵਧੀਆ ਜੀਵਨ ਬਣ ਜਾਊਗਾ, ਅੱਗਾ ਆਪੇ ਹੀ ਸਵਰ ਜੂ। ਲੋਕ ਸੁਖੀਏ ਪਰਲੋਕ ਸੁਹੇਲੇ। ਜੇ ਇੱਥੇ ਸੁਖੀ ਆ, ਇੱਥੇ ਵਿਕਾਰਾਂ ਤੋਂ ਮਨ ਛੁੱਟ ਗਿਆ, ਜੀਵਨ ਵਧੀਆ ਬਣ ਗਿਆ ਗੁਰਮੁਖਾਂ ਵਾਲਾ, ਫਿਰ ਅੱਗੇ ਤਾਂ ਸੁਹੇਲਾ ਹੈ ਹੀ ਹੈ। ਗੁਰਬਾਣੀ ਇੱਥੇ ਸਮਝਾਉਂਦੀ ਹੈ, ਜੇ ਤੁਸੀਂ ਇੱਥੇ ਗੁਰਬਾਣੀ ਦੇ ਲੜ ਆਪਾਂ ਲੱਗਾਂਗੇ, ਇੱਥੇ ਹੀ ਆਨੰਦ ਆਉਣਾ ਵਾ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਭਾਈ ਜਿਹੜਾ ਕਰਮ ਕਾਂਡਾਂ ਦੇ ਵਿੱਚ ਬੰਦਾ ਤਾਂ ਫਸਦਾ ਵੀ ਅੱਗੇ ਤੈਨੂੰ ਆਹ ਮਿਲੂਗਾ, ਅੱਗੇ ਐਂ ਹੋਊਗਾ। ਨਹੀਂ, ਗੁਰਬਾਣੀ ਨਹੀਂ ਮੰਨਦੀ ਵੀ ਅੱਗੇ ਮਤ ਕੋ ਜਾਣੈ, ਮਤ ਕੋਈ ਇਹ ਗੱਲ ਨੂੰ ਜਾਣੇ। ਹੁਣੇ ਹੀ ਸਾਰਾ ਕੁਝ ਚੰਗਿਆਈਆਂ ਬੁਰਾਈਆਂ ਵਾਚੈ ਵਾਚ ਰਿਹਾ ਹੈ, ਧਰਮ ਹਦੂਰ ਮੇਰੇ ਅੰਦਰ ਤੱਕੜੀ ਲੱਗੀ ਹੈ। ਜਿਹੋ ਜੇ ਮੈਂ ਕਰਮ ਕਰਦਾ ਉਹੋ ਜਿਹਾ ਨੇੜੇ ਜਾਂ ਦੂਰ ਹੋ ਜਾਣਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਇੱਥੇ ਅਸੀਂ ਦੂਰ ਰਹੇ, ਮਿਲਾਪ ਨਾ ਹੋਇਆ, ਅੱਗੇ ਜਾ ਕੇ ਕਿਵੇਂ ਮਿਲਾਪ ਹੋ ਜਾਊਗਾ? ਹੁਣ ਮੌਕਾ ਮਿਲਾਪ ਦਾ। ਹੁਣ ਆਹ ਕੰਮ ਸਾਡਾ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਅੱਗੇ ਦੀਆਂ ਗੱਲਾਂ ਨਹੀਂ, ਇਹ ਹੁਣੇ ਹੀ ਸਵਾਰਨ ਦਾ ਕੰਮ ਆ। ਭਾਈ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ, ਜੇ ਕਰਮ ਕਮਾਏ ਤੇ ਹਾ ਹੋਏ ਸੀ। ਸਭ ਤੋਂ ਵੱਡਾ ਗੁਰਬਾਣੀ ਦਾ ਗਿਆਨ ਇਹ ਹੈ ਭਾਈ, ਜਿਹੋ ਜੇ ਕਰਮ ਕਰੇਗਾ ਉਹੋ ਜੀ ਪ੍ਰਾਪਤੀ ਹੋ ਜੂਗੀ।
ਜੇ ਅੱਜ ਤੋਂ ਹੀ ਪਿਛਲਾ ਜੀਵਨ ਛੱਡ ਕੇ, ਮੰਨ ਲਓ ਮੈਂ ਪਿਛਲੀਆਂ ਭੁੱਲਾਂ ਗਲਤੀਆਂ ਮੰਨ ਕੇ ਮੇਰਾ ਜੀਵਨ ਬਿਲਕੁਲ ਅਗਿਆਨਤਾ ਵਾਲਾ ਸੀ, ਅੱਜ ਤੋਂ ਹੀ ਸ਼ੁਰੂ ਕਰ ਦਈਏ ਨਾ, ਅੱਜ ਤੋਂ ਹੀ ਸਬਰਨੇ ਸ਼ੁਰੂ ਹੋ ਜਾਵਾਂਗੇ। ਤੇ ਜਿਹੋ ਜੇ ਕਰਮ ਕਰਾਂਗੇ ਉਹੋ ਜੀ ਭਾਈ ਪ੍ਰਾਪਤੀ ਹੁੰਦੀ ਹੈ। ਪ੍ਰਮਾਤਮਾ ਵਾਹਿਗੁਰੂ ਨੇ ਦੇਖੋ ਬੱਚਾ ਜਿਹੋ ਜਿਹਾ ਪੜ੍ਹਦਾ ਉਹੋ ਜਿਹਾ ਪੇਪਰ ਕਰਦਾ ਤੇ ਟੀਚਰ ਫਿਰ ਉਹੋ ਜਿਹੇ ਨੰਬਰ ਦੇ ਦਿੰਦਾ, ਪਾਸ ਜਾਂ ਫੇਲ ਹੋ ਜਾਂਦਾ। ਇਸੇ ਤਰ੍ਹਾਂ ਹੀ ਆ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਬਥੇਰਾ ਗਿਆਨ ਇੱਥੇ ਦਿੱਤਾ ਹੋਇਆ ਮਨੁੱਖ ਨੂੰ ਵੀ ਨਾ ਭਾਈ ਵਿਗੜ, ਨਾ ਗਲਤ ਕਰ, ਨਾ ਆਪਣੇ ਕਾਗਜ਼ ਕਾਲੇ ਕਰ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ, ਜੇ ਇਹ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ, ਮੌਤ ਤੋਂ ਰਹਿਤ ਕਰ ਦੇਣ ਵਾਲਾ। ਕਿਹੜੀ ਮੌਤ? ਕਿਉਂਕਿ ਇੱਥੇ ਮਨ ਦੀ ਗੱਲ ਹੋ ਰਹੀ ਹੈ, ਮਨ ਵਿਕਾਰਾਂ ਵਾਲੇ ਪਾਸੇ ਨਹੀਂ, ਮਨ ਦੀ ਜ਼ਮੀਰ ਕਹਿ ਲਈਏ ਆਪਾਂ, ਐਂ ਸਮਝ ਲਈਏ ਵੀ ਜ਼ਮੀਰ ਦੀ ਮੌਤ ਨਹੀਂ ਹੁੰਦੀ। ਅੰਮ੍ਰਿਤ ਜਿਹੜਾ ਪੀ ਲੈਂਦਾ ਉਹ ਕੀ ਹੈ? ਅੰਮ੍ਰਿਤ ਹਰ ਕਾ ਨਾਉ, ਪਰਮਾਤਮਾ ਦਾ ਨਾਮ ਅੰਮ੍ਰਿਤ ਜਿਹੜਾ ਪੀ ਲੈਂਦਾ ਉਹ ਮਨ ਅੰਦਰੋਂ ਜਿਉਂਦਾ ਹੋ ਜਾਂਦਾ। ਆਖਾਂ ਜੀਵਾਂ ਬਿਸਰੈ ਮਰ ਜਾਉ, ਜਿਹੜਾ ਪੀ ਲੈਂਦਾ ਅੰਮ੍ਰਿਤ ਉਹ ਮ੍ਰਿਤੂ ਤੋਂ ਰਹਿਤ ਹੋ ਜਾਂਦਾ, ਵਿਕਾਰਾਂ ਵਾਲੇ ਪਾਸੋਂ ਮੁਕਤੀ ਹੋ ਜਾਂਦੀ ਹੈ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ, ਉਹ ਪਰਮਾਤਮਾ ਵਾਹਿਗੁਰੂ ਗੁਰੂ ਦੇ ਦੁਆਰਾ ਆਪ ਵਰਤਾਉਂਦਾ ਤੇ ਅਸੀਂ ਇਹ ਪੀਣਾ। ਸਾਡੇ ਮਨਾਂ ਨੇ ਜਦੋਂ ਇਹ ਗਿਆਨ ਰੂਪੀ, ਆਤਮਿਕ ਗਿਆਨ ਰੂਪੀ ਅੰਮ੍ਰਿਤ ਅਸੀਂ ਇਹ ਪੀਣਾ, ਹਰ ਕਾ ਨਾਮ ਪਰਮਾਤਮਾ ਦੇ ਨਾਮ ਤੱਕ ਪਹੁੰਚਣਾ, ਅਸੀਂ ਇਹ ਆਪ ਵਰਤਾਏ ਸੀ। ਇੱਥੇ ਵਰਤ ਰਿਹਾ ਹੁੰਦਾ, ਗੁਰ ਪ੍ਰਸਾਦ ਅਸੀਂ ਲੈਣਾ, ਤੇ ਜੇ ਲੈ ਲਿਆ ਇਹ ਅੰਮ੍ਰਿਤ ਪੀ ਲਿਆ ਜਿਹੜਾ ਹਰ ਰੋਜ਼, ਤੇ ਫਿਰ ਕੀ ਹੋ ਜੂ? ਸਾਡਾ ਜੀਵਨ ਸਵਰ ਜੂ। ਚੱਲਿਆ ਪਤ ਸਿਉ ਜਨਮ ਸਵਾਰ ਬਾਜਾ ਬਾਏ ਸੀ, ਜਿਹੜਾ ਤਾਂ ਗੁਰੂ ਦੇ ਲੜ ਲੱਗ ਕੇ ਆਪਣੇ ਮਨ ਨੂੰ ਗੁਰੂ ਦੇ ਲੜ ਲਾ ਦਿੱਤਾ, ਉਹਨੇ ਤਾਂ ਅੰਮ੍ਰਿਤ ਪੀ ਲਿਆ, ਨਾਮ ਪ੍ਰਾਪਤ ਹੋ ਗਿਆ, ਉਹਦਾ ਜਨਮ ਮਰਨ ਕੱਟਿਆ ਗਿਆ, ਉਹਨੂੰ ਆਨੰਦ ਦੀ ਪ੍ਰਾਪਤੀ ਹੋ ਗਈ। ਤੇ ਹੁਣ ਜਦੋਂ ਉਹ ਜਾਏਗਾ ਵੀ ਨਾ, ਚੱਲਿਆ ਪਤ ਸਿਉ, ਤੇ ਹੁਣ ਇੱਥੇ ਪਤ ਵਾਲਾ ਬਣ ਗਿਆ, ਇੱਜ਼ਤ ਵਾਲਾ ਬਣ ਗਿਆ, ਕਿਉਂਕਿ ਅੱਗੇ ਦੀਆਂ ਗੱਲਾਂ ਤਾਂ ਬਾਅਦ 'ਚ ਇਹੀ ਭੁਲੇਖਾ ਪਾਉਂਦੀਆਂ। ਨਾਲ ਇਹ ਵੀ ਕਿਹਾ ਗੁਰਬਾਣੀ ਨੇ ਤਾਂ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਵੀ ਇੱਥੇ ਹੀ ਸੱਚੇ ਹੋਣਾ, ਇੱਥੇ ਹੀ ਚੰਗੇ ਹੋਣਾ। ਅੱਗੇ ਜੇ ਇੱਥੇ ਚੰਗੇ ਹੋਵਾਂਗੇ ਫਿਰ ਅੱਗੇ ਤਾਂ ਆਪੇ ਹੀ ਚੰਗਾ ਹੋ ਜਾਊਗਾ। ਚੱਲਿਆ ਪਤ ਸਿਉ ਜਨਮ ਸਵਾਰ, ਜਿਹੜਾ ਗੁਰੂ ਲੜ ਲੱਗ ਗਿਆ, ਜਿਹੜਾ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਗਿਆ, ਜਿਹਨੇ ਨਾਮ ਪ੍ਰਾਪਤ ਕਰ ਲਿਆ, ਉਹਦਾ ਜਨਮ ਸਵਰ ਗਿਆ ਸਮਝ ਲਓ। ਤੇ ਚੱਲਿਆ ਹੁਣ ਪਤ ਸਿਉ ਇੱਜ਼ਤ ਨਾਲ, ਪੰਚ ਬਣ ਕੇ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਬਾਜਾ ਬਾਏ ਸੀ, ਉਹਦੇ ਤਾਂ ਬਾਜੇ ਵੱਜਣ ਲੱਗ ਜਾਂਦੇ ਆ ਅੰਦਰੋਂ ਭਾਈ, ਉਹ ਤਾਂ ਸਬਰ ਜਾਂਦਾ ਜਿਹੜਾ ਗੁਰੂ ਲੜ ਲੱਗ ਜਾਂਦਾ, ਜਿਹੜਾ ਗੁਰਬਾਣੀ ਲੜ ਲੱਗ ਕੇ ਆਪਣੇ ਅੰਦਰੋਂ ਅੰਮ੍ਰਿਤ ਪੀਂਦਾ, ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਅੰਦਰ ਜਦੋਂ ਵਿਆਹ ਹੋ ਜਾਂਦਾ ਆਤਮਾ ਤੇ ਪਰਮਾਤਮਾ ਦਾ, ਉਹ ਲਾਵਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਸਮਝਾਂਗੇ ਆਪਾਂ, ਆਤਮਾ ਤੇ ਪਰਮਾਤਮਾ ਦਾ ਵਿਆਹ ਹੁੰਦਾ। ਤੇ ਫਿਰ ਬਾਜੇ ਵੱਜਦੇ ਆ, ਬਾਜਾ ਵਾਏ ਸੀ। ਜਦੋਂ ਸਵਰਨਾ ਸ਼ੁਰੂ ਹੋ ਜਾਂਦਾ ਮਨੁੱਖ ਤਾਂ ਪੋਜ਼ਿਟਿਵ એનર્ਜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇੱਕ ਨੈਗੇਟਿਵ એનર્ਜੀ ਹੈ, ਇੱਕ ਪੋਜ਼ਿਟਿਵ એનર્ਜੀ ਹੈ। ਦੁਨੀਆ ਦੇ ਵਿੱਚ ਦੋ ਆ, ਤੇ ਪੋਜ਼ਿਟਿਵ ਨੂੰ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਵੀ ਦੇਵਤਿਆਂ ਤੱਕ ਲੈ ਆਉਂਦੇ ਆਪਾਂ, ਨੈਗੇਟਿਵ ਨੂੰ ਆਪਾਂ ਫਿਰ ਦੈਂਤਾਂ ਤੱਕ ਲੈ ਜਾਂਦੇ ਆ। ਇਹ ਦੋ ਚੀਜ਼ਾਂ ਵਰਤ ਰਹੀਆਂ, ਦੋ ਭਾਣੇ। ਇਹੀ ਗੁਰਬਾਣੀ 'ਚ ਸਮਝਾਇਆ, ਮਨਮੁਖ ਤੇ ਗੁਰਮੁਖ। ਇੱਕ ਤਾਂ ਗੁਰੂ ਲੜ ਲੱਗ ਕੇ ਗੁਰਮੁਖ ਬਣ ਗਏ, ਇੱਕ ਆਪਣੀ ਮਰਜ਼ੀ ਕਰਦੇ ਰਹੇ, ਉਹ ਮਨਮੁਖ ਹੀ ਰਹੇ, ਉਹਨਾਂ ਦਾ ਜੀਵਨ ਵਿਗੜ ਗਿਆ, ਉਹ ਜਨਮ ਮਰਨ ਦੇ ਵਿੱਚ ਪੈ ਗਏ, ਉਹ ਸਬਰੇ ਨਹੀਂ। ਤੇ ਜਿਹੜੇ ਗੁਰੂ ਲੜ ਲੱਗ ਗਏ ਉਹ ਆਪਣਾ ਜੀਵਨ ਸਵਾਰ ਕੇ ਗਏ। ਚੱਲਿਆ ਪਤ ਸਿਉ ਜਨਮ ਸਵਾਰ ਬਾਜਾ ਬਾਏ ਸੀ, ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਇੱਕ ਲੋਕ ਨਹੀਂ, ਇਕੱਲੇ ਮਾਨਸ ਕਿਆ ਵਿਚਾਰਾ, ਤਿੰਨਾਂ ਲੋਕਾਂ ਦੇ ਵਿੱਚ ਉਹਦੇ ਬਾਜੇ ਵੱਜ ਜਾਂਦੇ ਆ। ਜਿਹੜਾ ਸਬਰ ਜਾਂਦਾ, ਜਿਹੜਾ ਆਪਣੇ ਆਪ ਨੂੰ ਜਿਹੜਾ ਗੁਰੂ ਦੇ ਅੱਗੇ ਸੁੱਟ ਦਿੰਦਾ ਤੇ ਗਾਂ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਉਹ ਮਨ, ਇੱਥੇ ਤਨ ਦੀ ਗੱਲ ਨਹੀਂ, ਮਨ ਦੀ ਗੱਲ ਚੱਲ ਰਹੀ ਹੈ। ਉਹ ਮਨ ਆਪ ਨਿਹਾਲ ਹੋ ਜਾਂਦਾ,
ਨਿਹਾਲ ਵਾਲੇ ਖਾਨੇ 'ਚ ਪਹੁੰਚ ਜਾਂਦਾ, 3 ਗੁਣਾ ਤੋਂ ਉੱਪਰ ਪਹੁੰਚ ਜਾਂਦਾ। ਸਭ ਕੁਲ ਤਾਰਸੀ, ਉਹ ਮਨ ਦੀਆਂ ਕੁਲਾਂ ਤਰ ਜਾਂਦੀਆਂ। ਇੰਦਰੀਆਂ ਤੇ ਗਿਆਨ ਇੰਦਰੀਆਂ ਜਿਹੜੀਆਂ ਸਬਰ ਜਾਂਦੀਆਂ, ਉਹਦੀਆਂ ਅੱਖਾਂ ਚੰਗਾ ਦੇਖਦੀਆਂ, ਕੰਨ ਚੰਗਾ ਸੁਣਦੇ ਆ, ਹੱਥ ਪੈਰ ਚੰਗੇ ਕੰਮ ਕਰਦੇ ਆ। ਜਿਹਨੂੰ ਗਿਆਨ ਆ ਗਿਆ, ਜਿਹਨੂੰ ਪਤਾ ਲੱਗ ਗਿਆ ਕਿ ਮੇਰੇ ਕਰਮਾਂ ਦੇ ਅਨੁਸਾਰ ਫੈਸਲਾ ਹੋਣਾ, ਉਹ ਸਮਝ ਲਓ ਤਰ ਗਿਆ। ਕਿਉਂਕਿ ਗੁਰਮੁਖ ਪਿਆਰਿਓ, ਜ਼ਰੂਰੀ ਨਹੀਂ ਪੈਸੇ ਨਹੀਂ ਕੰਮ ਹੁੰਦੇ ਆ, ਜ਼ਰੂਰੀ ਨਹੀਂ ਪਦਵੀਆਂ ਨਹੀਂ ਇਹ ਵਧੀਆ ਜਿਹੜੇ ਕੰਮ ਆ ਹੁੰਦੇ ਆ, ਇਹ ਕਿਤੇ ਵੀ ਕਰ ਸਕਦੇ ਆ। ਜਦੋਂ ਸਾਡਾ ਦਿਮਾਗ ਖੁੱਲ੍ਹ ਗਿਆ ਨਾ, ਇੱਕ ਇੱਕ ਤੀਲ ਹੁੰਦੀ ਹੈ ਨਾ, ਤੀਲ ਨਾਲ ਝਾੜੂ ਬਣ ਜਾਂਦਾ, ਤੇ ਝਾੜੂ ਨਾਲ ਫਿਰ ਆਪਾਂ ਸਫਾਈ ਕਰ ਲੈਂਦੇ ਆ। ਇਸੇ ਤਰ੍ਹਾਂ ਇੱਕ ਕਰਮ ਅਸੀਂ ਛੋਟੇ ਤੋਂ ਸ਼ੁਰੂ ਕਰ ਲਈਏ, ਚੰਗਾ ਕਰਨਾ। ਕੋਈ ਨਾ ਕੋਈ ਦਿਨ 'ਚ ਇੱਕ ਕੰਮ ਨਿੱਕਾ ਮੋਟਾ ਜਿਹੜਾ ਚੰਗਾ ਵਧੀਆ ਕਰਨਾ। ਜਦੋਂ ਉਹ ਕਰ ਲਿਆ, ਹੌਲੀ ਹੌਲੀ ਸਬਰ ਦਾ ਝਾੜੂ ਬਣ ਗਿਆ। ਝਾੜੂ ਬਣ ਗਿਆ ਤਾਂ ਸਾਡੇ ਮਨ ਦੀਆਂ ਜਿਹੜੀਆਂ ਬੁਰਾਈਆਂ, ਜਿਹੜੀ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾ ਤੇ ਫਿਰ ਇਹ ਧੋਤਾ ਜਾਏਗਾ। ਅੰਦਰੋਂ ਮਨ ਦੀ ਜਿਹੜੀ ਹੈ ਸਫਾਈ ਹੋ ਜਾਂਦੀ ਹੈ, ਤੇ ਫਿਰ ਸਾਰੀਆਂ ਉਹਦੀਆਂ ਕੁਲਾਂ ਜਿਹੜਾ ਸਬਰ ਜਾਂਦਾ, ਉਹਦਾ ਆਲਾ ਦੁਆਲਾ ਵੀ ਸਬਰ ਜਾਂਦਾ, ਉਹਦਾ ਪਰਿਵਾਰ ਘਰ ਪਰਿਵਾਰ ਵੀ ਸਬਰ ਜਾਂਦਾ, ਉਹਦੇ ਨਾਲ ਜਿਹੜੇ ਸੰਗਤ ਕਰਦੇ ਆ ਉਹ ਵੀ ਸਬਰ ਜਾਂਦੇ ਆ। ਭਾਈ ਗੱਲ ਇੱਥੇ ਹੈ ਮਨ ਦੀ, ਮਨ ਨੂੰ ਸਵਾਰਨਾ। ਸੋ ਗੁਰੂ ਬਾਬਾ ਜੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਆਪਾਂ ਨੂੰ ਮਨ ਨੂੰ ਸਵਾਰਨ ਬਾਰੇ ਸਮਝਾਇਆ। ਫਿਰ ਦੁਬਾਰੇ ਇੱਕ ਵਾਰੀ ਸ਼ਬਦ ਨੂੰ ਸਰਵਣ ਕਰੀਏ ਤਾਂ ਕਿ ਸਾਡੇ ਅੰਦਰ ਉਹ ਸਾਰਾ ਰਿਪੀਟ ਹੋ ਜਾਵੇ ਅਰਥ। ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨ ਹੋਏ ਸੀ, ਗੁਰੂ ਦੁਆਰੈ ਹੋਏ ਸੋਜੀ ਪਾਏ ਸੀ, ਏਤ ਦੁਆਰੈ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੈ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਬਾਜਾ ਬਾਏ ਸੀ, ਮਾਨਸ ਕਿਆ ਵਿਚਾਰਾ ਤਹ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰਸੀ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।